TVN देखण वाले समुचे दर्शकों नूं दविंदर सिंह बैनीपाल वालों प्यार अते सत्कार सहित सत श्री अकाल। द बैनीपाल शो विच तुहाडा सबना दा निघा स्वागत। आओ दोस्तों कुछ अहम खबरां घटनावां दे उत्ते विचार चर्चा करिए। खटकड़ कलां विच मुख मंत्री मान दा एक वड्डा ते नवां ऐलान। भाजपा ते कांग्रेस वालों बाहरी उम्मीदवारां नूं राज सभा विच भेजण दी पाई गई सी पिरत। पंजाब दी वजारत विस्तार बारे विचारां शुरू। पेट्रोल डीजल दीयां कीमतां विच वाधा, लोग परेशान। सरकार 1 लीटर ते किन्ना लगाउंदी है टैक्स, करांगे विस्तार नाल गल। नामी गीतकार अलमस्त देसरपुरी नहीं रहे अते कुछ गल्लां शहीद आजम सरदार भगत सिंह बारे भी कीतियां जाणगियां। दोस्तों ये कुछ ब्यौरा है जिस दे उत्ते विचार वटांदरा करना है। इहदे तो पहलां कि सारिआं दे उत्ते विस्तार दे नाल गलबात कीती जावे, तुहानूं सबनां नूं बेनती है कि जेकर हाले तक तुसी अपने इस चैनल नूं सबसक्राइब नहीं कीता तां कृपा करके सबसक्राइब कर लेना। दूसरी बेनती ये प्रोग्राम देखण सुणन तो बाद जेकर चंगा लग्या फिर लाइक अते शेयर जरूर कर देना, तुहाडे धन्नवादी होवांगे। आओ हुण ये सारियां महत्वपूर्ण घटनावां जां खबरां ने जिन्हां दे उत्ते विस्तार दे नाल गलबात करनी है। पंजाब दे विच कल 23 मार्च सी ਅਤੇ ਕੈਨੇਡਾ ਦੇ ਵਿੱਚ ਅੱਜ 23 ਮਾਰਚ ਹੈ। ਇੱਕ ਵਾਰ ਫਿਰ ਤੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਹੋਰਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਹੈ। ਪਰ ਭਗਤ ਸਿੰਘ ਜੋ ਸਾਨੂੰ ਤਸਵੀਰਾਂ 'ਚ ਨਜ਼ਰ ਆਉਂਦੇ ਆ, ਕਿ ਸੱਚਮੁੱਚ ਉਹੀ ਭਗਤ ਸਿੰਘ ਸੀ? ਕੀ ਸੱਚਮੁੱਚ ਬਸੰਤੀ ਰੰਗ ਵਾਲੇ ਹੀ ਭਗਤ ਸਿੰਘ ਸੀ? ਉਹਨਾਂ ਦੇ ਬਾਬਤ ਬਹੁਤ ਕੁਝ ਦਿਲ ਕਰਦਾ ਹੈ ਕਿ ਵਿਚਾਰਾਂ ਕੀਤੀਆਂ ਜਾਣ, ਭਾਵੇਂ ਰੋਜ਼ ਵਿਚਾਰਾਂ ਕੀਤੀਆਂ ਜਾਣ, ਸਿਰਫ ਉਹਨਾਂ ਦੇ ਜਨਮ ਦਿਨ ਜਾਂ ਸ਼ਹੀਦੀ ਦਿਨ ਵਾਲੇ ਦਿਨ ਹੀ ਗੱਲਬਾਤ ਨਾ ਹੋਵੇ। ਉਹਨਾਂ ਨੂੰ ਭਾਗਾਂ ਵਾਲਾ ਆਖਿਆ ਗਿਆ। ਲਾਹੌਰ ਨੈਸ਼ਨਲ ਕਾਲਜ ਦੇ ਵਿੱਚ ਭਗਤ ਸਿੰਘ ਜਦੋਂ ਪੜ੍ਹਿਆ ਕਰਦੇ ਸੀ ਜਾਂ ਭਗਤ ਸਿੰਘ ਉੱਥੇ ਆਪਣੇ ਇਲਾਕੇ ਵਿੱਚ ਵਿਚਰਿਆ ਕਰਦੇ ਸੀ, ਉਹ ਭਗਤ ਸਿੰਘ ਕੌਣ ਭਗਤ ਸਿੰਘ ਸੀ? ਉਹ ਭਗਤ ਸਿੰਘ ਕੌਣ ਨੇ? ਸਾਡੇ ਵਿੱਚੋਂ ਬਹੁਤਿਆਂ ਨੇ ਉਹਨਾਂ ਨੂੰ ਵੇਖਿਆ ਨਹੀਂ ਤੇ ਸਾਡੇ ਦਿਲਾਂ ਤੇ ਅੱਜ ਰਾਜ ਕਰਦੇ ਆ। 90 ਸਾਲਾਂ ਤੋਂ ਉਹਨਾਂ ਦੇ ਜੀਵਨ ਨੂੰ, ਉਹਨਾਂ ਨੂੰ ਭਾਰਤ ਦਾ ਖਾਸ ਕਰਕੇ ਨੌਜਵਾਨ ਵਰਗ, ਖਾਸ ਕਰਕੇ ਪੰਜਾਬ ਦਾ ਨੌਜਵਾਨ ਵਰਗ ਦੇਸ਼ ਭਗਤੀ ਦਾ ਪ੍ਰਤੀਕ ਕਿਉਂ ਮੰਨਦਾ ਆ ਰਿਹਾ ਹੈ? ਕਦੇ ਇਸ ਮਸਲੇ ਤੇ ਵਿਚਾਰ ਕਰਕੇ ਵੇਖਿਓ। ਕਿਉਂਕਿ ਭਾਰਤ ਦੀ ਜੰਗੇ ਆਜ਼ਾਦੀ ਦੇ ਸਰਬੌਰ ਨਾਇਕ ਦਾ ਜੇਕਰ ਕਿਸੇ ਨੇ ਜ਼ਿਕਰ ਕਰਨਾ ਹੋਵੇ ਤਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਆਪ ਮੁਹਾਰੇ ਉਹਨਾਂ ਦੀਆਂ ਬੋਲੀਆਂ ਤੇ ਆ ਜਾਂਦੇ ਹੈ। ਪਰ ਜਿਹੜੀ ਨੌਜਵਾਨ ਪੀੜ੍ਹੀ ਜਿਸ ਤਰ੍ਹਾਂ ਦਾ ਉਹਨਾਂ ਦਾ ਚਿੱਤਰਣ ਕਰ ਰਹੀ ਹੈ, ਕੀ ਸੱਚਮੁੱਚ ਸ਼ਹੀਦ ਆਜ਼ਮ ਭਗਤ ਸਿੰਘ ਉਸ ਤਰ੍ਹਾਂ ਦੇ ਸੀ? ਇਹ ਸੱਚਮੁੱਚ ਵਿਚਾਰਨ ਵਾਲੀ ਗੱਲ ਹੈ। ਕੀ ਅਸੀਂ ਆਪਣੇ ਨਾਇਕ ਨੂੰ ਨਿਗੁਣੇ ਪਹਿਲੂਆਂ ਤੋਂ ਤਾਂ ਨਹੀਂ ਵੇਖ ਰਹੇ, ਜਾਂ ਪੇਸ਼ ਕਰਨ ਦੇ ਆਪਣਾ ਕੋਈ ਗੁਨਾਹ ਤਾਂ ਨਹੀਂ ਆਪਣੇ ਪੱਲੇ ਪਾ ਰਹੇ? ਇਹ ਸੱਚਮੁੱਚ ਗੱਲ ਵਿਚਾਰਾਂ ਦੀ ਹੈ। ਤੁਸੀਂ ਦੇਖਿਓ ਕਿ ਉਹਨਾਂ ਦੀ ਤਸਵੀਰ ਬਣੀ ਹੋਊ, ਵੈਰੀ ਖੰਘੇ ਸੀ ਤਾਈਓ ਟੰਗੇ ਸੀ, ਲੱਗਦਾ ਫੇਰ ਆਉਣਾ ਪਊ, ਕਿੱਥੇ ਜਾਵੇਗਾ ਫਰੰਗੀਆ ਬਚ ਕੇ, ਹੱਥ ਪਾ ਕੇ ਅਣਖਾਂ ਨੂੰ। ਇਸ ਤਰ੍ਹਾਂ ਦੇ ਸਿਰਲੇਖ ਲਿਖੇ ਭਗਤ ਸਿੰਘ ਦੀਆਂ ਫੋਟੋਆਂ, ਪਿਸਤੌਲ ਹੱਥ 'ਚ, ਮੁੱਛ ਤੇ ਹੱਥ, ਜਾਂ ਬਸ ਇੱਕੋ ਹੀ ਗੱਲ ਕਿ ਸਾਂਡਰਸ ਨੂੰ ਗੋਲੀ ਚਲਾਈ, ਉਹ ਬਸ ਮਾਰਨਾ ਸੀ, ਕਹਿੰਦੇ ਜ਼ਾਲਮ ਸਕਾਟ SPO ਸਾਂਡਰਸ ਰੋੜਤਾ। ਉਹ ਗੀਤ ਅਸੀਂ ਵਾਰ-ਵਾਰ ਕਿਤੇ ਸੁਣ ਕੇ ਉਸੇ ਤਰ੍ਹਾਂ ਦਾ ਤਾਂ ਨਹੀਂ ਭਗਤ ਸਿੰਘ ਨੂੰ ਬਣਾ ਕੇ ਪੇਸ਼ ਕਰ ਰਹੇ। ਭਗਤ ਸਿੰਘ ਇੱਕ ਸੋਚ ਬਹੁਤ ਮਹਾਨ, ਪਰ ਇਹ ਸੋਚਣ ਦੀ ਲੋੜ ਹੈ ਕਿ ਭਗਤ ਸਿੰਘ ਨੂੰ ਤਾਂ ਯਾਰ ਕਿਤਾਬਾਂ ਦਾ ਵੀ ਬਹੁਤ ਜਨੂਨ ਸੀ। ਉਹ ਤਾਂ ਜਨੂਨ ਦੀ ਹੱਦ ਤੱਕ ਪਿਆਰ ਕਰਦੇ ਸੀ ਕਿਤਾਬਾਂ ਨੂੰ। ਇਹ ਪੱਖ ਕੌਣ ਵਿਚਾਰੂ? ਉਹ ਵੀ ਪੱਖ ਸਾਡੇ ਉਸ ਨਾਇਕ ਦਾ ਹੈ। ਉਹਨੂੰ ਅੱਖੋਂ ਓਹਲੇ ਨਾ ਕੀਤਾ ਜਾਵੇ। ਉਹ ਹਰ ਭਾਰਤੀ ਲਈ ਸਿੱਖਿਆ ਦੇ ਬੁਨਿਆਦੀ ਹੱਕਾਂ ਦੀ ਵਕਾਲਤ ਕਰਦੇ ਸੀ। ਇਹ ਪੱਖ ਵੀ ਨਹੀਂ ਇਗਨੋਰ ਹੋਣਾ ਚਾਹੀਦਾ। ਕਿਤਾਬਾਂ ਸ਼ੁਰੂ ਤੋਂ ਲੈ ਕੇ ਆਖਰੀ ਪਲਾਂ ਤੱਕ ਉਹਨਾਂ ਦੀਆਂ ਹਮਸਫਰ ਰਹੀਆਂ, ਪਰ ਅਸੀਂ ਕਿਤਾਬਾਂ ਪੜ੍ਹਦੇ ਹੀ ਕੋਈ ਨਹੀਂ। ਹੁਣ ਇਹ ਵੀ ਦੱਸਣ ਦੀ ਜ਼ਰੂਰਤ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਕਿਰਤੀ ਅਖਬਾਰ ਦੀ ਸੰਪਾਦਨਾ ਵੀ ਕਰਿਆ ਕਰਦੇ ਸੀ। ਅਸੀਂ ਅਖਬਾਰ ਪੜ੍ਹਦੇ ਤੱਕ ਨਹੀਂ। ਅਖਬਾਰ ਦੇ ਵਿੱਚ ਕ੍ਰਾਂਤੀਕਾਰੀ ਲੇਖ ਬਹੁਤ ਸਾਰਾ 'ਚ ਉਹਨਾਂ ਦੇ ਛਪਦੇ ਰਹਿੰਦੇ ਸੀ। ਉਹ ਸਿਰਫ ਐਡੀਟਿੰਗ ਹੀ ਨਹੀਂ ਸੀ ਕਰਦੇ, ਉਹ ਸੰਪਾਦਨਾ ਹੀ ਨਹੀਂ ਸੀ ਕਰਦੇ, ਸਗੋਂ ਪਰਚੇ ਦੀ ਪ੍ਰੂਫ ਰੀਡਿੰਗ ਵੀ ਖੁਦ ਕਰਿਆ ਕਰਦੇ ਸੀ। ਸਿਰਫ ਇੰਨਾ ਹੀ ਨਹੀਂ, ਕਰਤਾਰ ਸਿੰਘ ਸਰਾਭਾ ਜਿਵੇਂ ਸਾਈਕਲ ਚਲਾ ਕੇ ਵੰਡਿਆ ਕਰਦੇ ਸੀ ਨਾ ਪੇਪਰ,
ਉਹ ਘਰ ਘਰ ਵੰਡਣ ਦਾ ਬੰਦੋਬਸਤ ਵੀ ਕਰਿਆ ਕਰਦੇ ਸੀ। ਤੇ ਇਹ ਕੰਮ ਇੱਕ ਪਾਸੇ ਉਸ ਵਕਤ ਅੰਗਰੇਜ਼ ਹਕੂਮਤ ਹੋਵੇ, ਇਹ ਸੁਖਾਲਾ ਨਹੀਂ ਸੀ, ਜ਼ੋਖਮ ਭਰਿਆ ਸੀ। ਤੇ ਉਹਨਾਂ ਨੂੰ ਪਤਾ ਸੀ ਕਿ ਜੇਕਰ ਘਰ ਘਰ ਇਹ ਆਜ਼ਾਦੀ ਦੀ ਲਹਿਰ ਲਾਉਣੀ ਹੈ, ਚਿਣਗ ਲਾਉਣੀ ਹੈ, ਪੜ੍ਹਨ ਲਿਖਣ ਤੋਂ ਬਗੈਰ, ਅਖਬਾਰਾਂ ਤੋਂ ਬਗੈਰ ਜਾਗਰਤੀ ਆਉਣੀ ਨਹੀਂ, ਇਹ ਲਿਆਉਣੀ ਅਸੰਭਵ ਹੈ। ਇਸੇ ਲਈ ਸਾਡੀ ਲੋਕ ਧਾਰਾ ਦੇ ਵਿੱਚ ਜਿਹੜੀਆਂ ਬੋਲੀਆਂ ਨੇ ਉਹਨਾਂ 'ਚ ਵਰਣਨ ਹੈ ਕਿ ਘਰ ਘਰ ਪੁੱਤ ਜੰਮਦੇ, ਭਗਤ ਸਿੰਘ ਨਹੀਂ ਕਿਸੇ ਨੇ ਬਣ ਜਾਣਾ। ਹੁਣ ਲਾਹੌਰ ਸੈਂਟਰਲ ਜੇਲ੍ਹ ਦੇ ਅੰਦਰ ਜਿੱਥੇ ਉਹਨਾਂ ਨੂੰ ਫਾਂਸੀ ਲਗਾਈ ਗਈ, ਭਗਤ ਸਿੰਘ ਜੀ ਦੀ ਵਾਰਡਨ ਸੀ, ਉਹਨਾਂ ਦਾ ਨਾਮ ਸੀ ਚੜ੍ਹਤ ਸਿੰਘ। ਚੜ੍ਹਤ ਸਿੰਘ ਰਾਹੀਂ ਪਤਾ ਲੱਗਿਆ ਕਿ ਦਵਾਰਕਾ ਦਾਸ ਲਾਇਬ੍ਰੇਰੀ ਤੋਂ ਉਹ ਕਿਤਾਬਾਂ ਮੰਗਵਾ ਕੇ ਪੜ੍ਹਿਆ ਕਰਦੇ ਸੀ। ਪਰ ਸਾਨੂੰ ਤਾਂ ਹੁਣ, ਅਸੀਂ ਕਿਸੇ ਜੇਲ੍ਹ 'ਚ ਨਹੀਂ ਬੈਠੇ, ਸਾਡੇ ਤਾਂ ਆਲੇ ਦੁਆਲੇ ਲਾਇਬ੍ਰੇਰੀਆਂ 'ਚ ਜਾਣ ਦੀ ਵੀ ਲੋੜ ਨਹੀਂ। ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਆਨਲਾਈਨ ਹੀ ਪਈਆਂ ਨੇ, ਅਸੀਂ ਤਾਂ ਵੀ ਨਹੀਂ ਪੜ੍ਹਦੇ। ਫਾਂਸੀ ਲੱਗਣ ਤੋਂ ਪਹਿਲਾਂ ਜਦੋਂ ਵਕੀਲ ਪ੍ਰਾਣਨਾਥ ਮਹਿਤਾ ਭਗਤ ਸਿੰਘ ਜੀ ਨੂੰ ਕਹਿੰਦੇ ਮਿਲਣ ਵਾਸਤੇ ਗਏ ਸੀ, ਤਾਂ ਰਸਮੀ ਗੱਲਬਾਤ ਤੋਂ ਬਾਅਦ ਉਸ ਵਕਤ ਵੀ ਉਹ ਲੈਨਨ ਨੂੰ ਪੜ੍ਹ ਰਹੇ ਸੀ। ਤੁਸੀਂ ਹਿਸਾਬ ਲਾਓ, ਕਿਤਾਬ ਫੜਦੇ ਸਾਰ ਉਹਨਾਂ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ। ਫਾਂਸੀ ਦੇ ਤਖਤੇ ਤੇ ਲਿਜਾਣ ਵੇਲੇ ਵੀ ਜਦੋਂ ਭਗਤ ਸਿੰਘ ਜੀ ਨੂੰ ਬੁਲਾਇਆ ਗਿਆ ਤਾਂ ਉਸ ਵਕਤ ਵੀ ਉਹ ਕਿਤਾਬ ਪੜ੍ਹ ਰਹੇ ਸੀ। ਉਹਨਾਂ ਕਿਹਾ ਸੀ ਜਰਾ ਰੁਕੋ, ਇੱਕ ਕ੍ਰਾਂਤੀਕਾਰੀ ਦੂਸਰੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ। ਤੁਸੀਂ ਦੇਖੋ ਕਿ ਇਹ ਪਤਾ ਹੈ ਕਿ ਅਗਲੇ ਪਲ ਮੈਨੂੰ ਮੌਤ ਆ ਜਾਣੀ ਹੈ, ਮੈਂ ਫਾਂਸੀ ਦਾ ਰੱਸਾ ਚੁੰਮ ਲੈਣਾ ਹੈ, ਮੌਤ ਦੇ ਭਾਵ ਮੇਰੇ ਡੈਥ ਵਾਰੰਟ ਨਿਕਲੇ ਹੋਏ ਨੇ। ਪਤਾ ਸੀ ਕਿ ਮੈਂ ਇਸ ਜਹਾਨ ਤੇ ਰਹਿਣਾ ਨਹੀਂ, ਪਰ ਫਿਰ ਵੀ ਇਨਸਾਨ ਕਿਤਾਬ ਪੜ੍ਹ ਰਿਹਾ ਹੋਵੇ। ਆਪਾਂ ਕਈ ਵਾਰੀ 50 ਦੀ ਉਮਰ 'ਚ ਜਾ ਕੇ, 60 ਦੀ ਉਮਰ 'ਚ ਜਾ ਕੇ, 17 ਦੀ ਉਮਰ 'ਚ ਜਾ ਕੇ ਜੇ ਕੋਈ ਕਹੇ ਪੜ੍ਹ ਲੈ ਯਾਰ, ਹੁਣ ਮੈਂ ਪੜ੍ਹ ਕੇ ਕੀ ਕਰਨਾ ਹੈ, ਪਤਾ ਨਹੀਂ ਮੈਨੂੰ ਮੌਤ ਕਦੋਂ ਆ ਜਾਣੀ ਹੈ। ਹਾਲਾਂਕਿ ਉਸ ਵਕਤ ਇਹ ਪਤਾ ਨਹੀਂ ਹੁੰਦਾ ਕਿ ਜ਼ਿੰਦਗੀ ਦੇ 20 ਸਾਲ ਪਏ ਆ ਕਿ 50 ਪਏ ਆ, ਪਤਾ ਹੀ ਕੁਛ ਨਹੀਂ ਮੌਤ ਦਾ। ਪਰ ਉਹਨਾਂ ਨੂੰ ਪਤਾ ਸੀ ਕਿ ਮੌਤ ਦੇ ਤਖਤੇ ਤੇ ਮੈਂ ਝੂਲਣ ਵਾਲਾ ਹਾਂ, ਤਾਂ ਵੀ ਕਿਤਾਬ ਪੜ੍ਹ ਰਹੇ ਸੀ। ਆਖਰੀ ਕਦਮ ਪੁੱਟਣ ਤੋਂ ਪਹਿਲਾਂ ਕਿਤਾਬ ਪੜ੍ਹ ਰਹੇ ਸੀ। ਪਰ ਇਹ ਗੱਲ ਦੁਖਦਾਈ ਹੈ ਕਿ ਉਹਨਾਂ ਦੇ ਕਿਰਦਾਰ ਦੀ ਇੱਕ ਲੜ ਛੱਡਵੀਂ ਬਸੰਤੀ ਪੱਗ, ਕੁੰਡੀਆਂ ਮੁੱਛਾਂ, ਇੱਕ ਪਿਸਤੌਲ, ਸਿਰਫ ਅਸੀਂ ਇੱਥੇ ਤੱਕ ਸੀਮਿਤ ਕਰ ਦਿੱਤੇ। ਉਹਦੇ ਤੋਂ ਵੀ ਨਮੋਸ਼ੀ ਵਾਲੀ ਗੱਲ ਸੀ ਕਿ ਸਾਨੂੰ ਤਾਂ ਚਲੋ ਗੱਲ ਦੂਰ ਦੀ ਹੈ, ਅਸੀਂ ਜਿਹਨਾਂ ਨੂੰ ਆਗੂ ਬਣਾ ਕੇ ਭੇਜਦੇ ਹਾਂ ਉਹਨਾਂ ਨੂੰ ਉਹਨਾਂ ਦੀ ਜਨਮ ਤਰੀਕ ਯਾਦ ਨਹੀਂ। ਯਾਦ ਕੀ ਹੈ? ਕਿ 23 ਮਾਰਚ ਦਾ ਸ਼ਹੀਦੀ ਦਿਨ ਯਾਦ ਹੈ? ਇਹ ਬਹੁਤ ਸਾਰੀਆਂ ਗੱਲਾਂ ਆਪਣੇ ਆਪ ਉਸ ਖਬਰਾਂ ਚੋਂ ਨਿਕਲਦੀਆਂ ਨੇ ਜਿਹੜੀਆਂ ਆਪਾਂ ਕੱਲ 2-3 ਦਿਨ ਦੀਆਂ ਵੇਖ ਰਹੇ ਹਾਂ। ਭਾਰਤ ਦਾ ਨੌਜਵਾਨ, ਖਾਸ ਕਰਕੇ ਮੈਂ ਫਿਰ ਪੰਜਾਬ ਦੇ ਨੌਜਵਾਨ ਦੀ ਗੱਲ ਕਰਦਾ, ਇਹ ਬਹੁਤ ਜ਼ਰੂਰੀ ਹੈ ਕਿ ਦਿਖਾਵਟੀ ਸਮਰਪਣ ਤੋਂ ਅੱਗੇ ਵਧੇ। ਭਗਤ ਸਿੰਘ ਹੋਰਾਂ ਦੀ ਸਿਧਾਂਤਕ ਵਿਚਾਰਧਾਰਕ ਕੀ ਸੀ, ਵਿਚਾਰਧਾਰਾ ਕੀ ਸੀ, ਸਿਧਾਂਤ ਕੀ ਸੀ, ਉਹ ਤੇ ਪੈਰਵੀ ਕਰੇ, ਉਹ ਤੇ ਪਹਿਰਾ ਦੇਵੇ। ਸੋਚ ਉੱਤੇ ਭਾਰੂ ਹੁੰਦਾ ਹਿੰਸਾਵਾਦ ਭਗਤ ਸਿੰਘ ਦੇ ਵੱਡੇ ਆਕਾਰੀ ਕਿਰਦਾਰ ਨੂੰ ਸਿਰਫ ਠੂਠਾ ਕਰਨ ਵਾਲੇ ਹਾਸ਼ੀਏ 'ਚ ਕੈਦ ਕਰੀ ਬੈਠਾ ਹੈ, ਜਿਹਦੇ ਵਿੱਚ ਗਰਮਜੋਸ਼ੀ ਦੇ ਨਾਲ ਨਾਲ ਸਭ ਲਈ ਸਿੱਖਿਆ ਦੇ ਬੁਨਿਆਦੀ ਹੱਕ, ਗਿਆਨ ਭਰਪੂਰ ਕਿਤਾਬਾਂ ਦੇ ਨਾਲ ਨਾਲ ਸਾਂਝ ਅਤੇ ਸਮਾਜਿਕ ਚੇਤਨਾ ਵਰਗੇ ਪਹਿਲੂ ਬਰਾਬਰ ਇਕਾਗਰਤਾ ਦੀ ਮੰਗ ਕਰਦੇ ਆ ਕਿ ਜੇ ਉਹ ਵਿਚਾਰਦੇ ਹੋ ਤਾਂ ਆਹ ਵੀ ਵਿਚਾਰੋ। ਭਗਤ ਸਿੰਘ ਵਰਗੀ ਦਿੱਖ ਰਾਹੀਂ ਉਹਨਾਂ ਨੂੰ ਚੇਤੇ ਰੱਖਣ ਦੀ ਸ਼ੁਰੂਆਤ ਸਹੀ ਤਾਂ ਹੈ ਕਿ ਉਹੋ ਜਿਹੀ ਪੱਗ ਬੰਨ੍ਹ ਲਓ, ਬਸੰਤੀ ਬੰਨ੍ਹ ਲਓ, ਲੜ ਛੱਡ ਕੇ ਬੰਨ੍ਹ ਲਓ, ਪਰ ਲੰਬੇ ਸਮੇਂ ਤੋਂ ਇਹ ਸ਼ੁਰੂਆਤ ਸਿਰਫ ਇੱਕ ਦਿਨ ਲਈ ਉਹੀ ਪੱਗਾਂ, ਉਹੀ ਰੰਗ, ਉਹੀ ਮੁੱਛਾਂ, ਇਸ ਅਹਿਮੀਅਤ ਤੋਂ ਅੱਗੇ ਨਹੀਂ ਵੱਧ ਸਕੀ। ਉਹਦਾ ਕਾਰਨ ਹੈ ਕੌੜਾ ਸੱਚ ਹੈ, ਜੇ ਅੱਗੇ ਵਧੀ ਹੁੰਦੀ ਤਾਂ ਅੱਜ ਉਹਨਾਂ ਦੀ ਸੋਚ ਨੂੰ ਅਸੀਂ ਅੱਗੇ ਵਧਾ ਚੁੱਕੇ ਹੁੰਦੇ। ਲੋੜ ਹੈ ਕਿ ਉਹਨਾਂ ਦੀ ਸੋਚ ਕੀ ਸੀ, ਉਹਨਾਂ ਦੀ ਵਿਚਾਰਧਾਰਾ ਕੀ ਸੀ, ਉਹਦੇ ਪ੍ਰਤੀ ਜ਼ਿੰਮੇਵਾਰੀ ਸੰਭਾਲੀ ਜਾਵੇ। ਵਿਚਾਰਕ ਕ੍ਰਾਂਤੀ ਦੀ ਸ਼ੁਰੂਆਤ ਕਿਸੇ ਹੋਰ ਤੋਂ ਨਹੀਂ, ਆਪਣੇ ਆਪ ਤੋਂ ਸ਼ੁਰੂ ਕੀਤੀ ਜਾਵੇ। ਤੇ ਜੇਕਰ ਮੁਲਕ ਦਾ ਹਰ ਨੌਜਵਾਨ ਆਪੋ ਆਪਣੀ ਜ਼ਿੰਮੇਵਾਰੀ ਚੁੱਕ ਲਵੇ ਨਾ, ਤਾਂ ਸੂਬਾ ਤੱਕ ਹੀ ਮੁਲਕ ਵੀ ਤਰੱਕੀ ਕਰ ਜੂ। ਆ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਕਿ ਸਾਨੂੰ ਇੱਕ ਨੰਬਰ ਜਾਰੀ ਕਰਨਾ ਪਏਗਾ ਭ੍ਰਿਸ਼ਟਾਚਾਰੀ ਲੋਕਾਂ ਨੂੰ ਨੱਥ ਪਾਉਣ ਦੇ ਵਾਸਤੇ, ਤਾਂ ਇਹ ਆਖਿਆ ਜਾ ਸਕਦਾ ਹੈ। ਜੇ ਮੈਂ ਸਿੰਪਲ ਜੀ ਗੱਲ ਕਰਨੀ ਹੋਵੇ ਕਿ ਸਿਸਟਮ ਬਦਲੋ, ਜਿਹੜੀਆਂ ਅਸੀਂ ਰੋਜ਼ ਗੱਲਾਂ ਕਰਦੇ ਹਾਂ ਨਾ, ਤਾਂ ਉਹ ਸਿਸਟਮ ਨੂੰ ਜੇ ਬਦਲਣਾ ਤਾਂ ਭਗਤ ਸਿੰਘ ਵਰਗੇ ਦੇਖਣੀ, ਸੋਚ ਅਪਣਾਉਣੀ ਬੇਹੱਦ ਜ਼ਰੂਰੀ ਹੈ। ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿਓ, ਸਰਕਾਰ ਦਾ ਕੰਮ ਵੀ ਸੁਖਾਲਾ ਹੋ ਜੂ, ਤੁਸੀਂ ਵੀ ਖੁਸ਼ਹਾਲ ਹੋ ਜਾਓਗੇ। ਮੈਨੂੰ ਲੱਗਦਾ ਕਿ ਆਹ ਜਿਹੜੇ ਦਿਨ ਨੇ ਸੱਚਮੁੱਚ ਇਸ ਗੱਲ ਕਰਕੇ ਸ਼ਲਾਘਾ ਕਰਨੀ ਬਣਦੀ ਹੈ ਮੌਜੂਦਾ ਪੰਜਾਬ ਸਰਕਾਰ ਦੀ ਕਿ ਉਹਨਾਂ ਨੇ ਘੱਟੋ ਘੱਟ ਜਾਗ ਲਾਇਆ ਹੈ। ਉਸ ਦਿਨ ਨਾ ਸ਼ਹੀਦੀ ਦਿਨ ਸੀ, ਨਾ ਉਸ ਦਿਨ ਉਹਨਾਂ ਦਾ ਜਨਮ ਦਿਨ ਸੀ ਜਿਸ ਦਿਨ ਸਹੁੰ ਚੁੱਕੀ ਉੱਥੇ ਚੱਲ ਕੇ।
उन्होंने दस्सिया कि सानू शहीद वोटां तो पहलां भी ਅਤੇ ਚੋਣ ਜਿੱਤਣ ਤੋਂ ਬਾਅਦ ਵੀ ਯਾਦ ਨੇ। ਇੱਥੇ ਹੀ ਨਹੀਂ, ਅਗਲੀ ਖਬਰ, ਹੁਣ ਆਪਾਂ ਖਬਰਾਂ ਵਾਲੇ ਪਾਸੇ ਨੂੰ ਵਧਾਂਗੇ। ਅਗਲੀ ਖਬਰ ਉਸ ਪਾਸੇ ਇਸ਼ਾਰਾ ਕਰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 23 ਮਾਰਚ ਵਾਲੇ ਦਿਨ, ਭਾਵ ਕੱਲ੍ਹ ਸ਼ਹੀਦੀ ਦਿਨ ਸੀ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਹੋਰਾਂ ਦਾ, ਉਹ ਖਟਕੜ ਕਲਾਂ ਵਿੱਚ ਵੀ ਪਹੁੰਚੇ ਤੇ ਹੁਸੈਨੀ ਵਾਲਾ ਵੀ ਪਹੁੰਚੇ। ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਜਿਹੜਾ ਅੱਜ ਤੱਕ ਹੋਰ ਸਰਕਾਰ ਕੋਈ ਕਰ ਨਹੀਂ ਸਕੀ। ਉਹਨਾਂ ਨੇ ਦੱਸਿਆ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਉਹਨਾਂ ਦੇ ਦੋਵੇਂ ਸਾਥੀ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਿਵਾਉਣਗੇ ਤੇ ਭਾਰਤ ਦੇ ਇਹਨਾਂ ਮਹਾਨ ਸਪੂਤਾਂ ਨੂੰ ਉਹ ਸ਼ਰਧਾਂਜਲੀ ਦੇ ਰਹੇ ਸੀ। ਸ਼ਰਧਾਂਜਲੀ ਦੇਣ ਤੋਂ ਬਾਅਦ ਉਹਨਾਂ ਨੇ ਭਗਤ ਸਿੰਘ ਹੋਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਆਜ਼ਾਦੀ ਦੀ ਤਕਰੀਬਨ ਅਸੀਂ ਪੌਣੇ ਇੱਕ ਸਦੀ ਗੁਜ਼ਾਰ ਲਈ ਹੈ। 70-75 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਵੈਸੇ ਨਮੋਸ਼ੀ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਰਾਸ਼ਟਰੀ ਸ਼ਹੀਦ ਦਾ ਦਰਜਾ ਨਹੀਂ ਦਿਵਾ ਸਕੇ ਜਾਂ ਦਿੱਤਾ ਨਹੀਂ ਕਿਸੇ ਸਰਕਾਰ ਨੇ। ਤੇ ਉਹਨਾਂ ਨੇ ਕਿਹਾ ਕਿ ਰੁਜ਼ਗਾਰ ਅਤੇ ਬਿਹਤਰ ਭਵਿੱਖ ਵਾਸਤੇ ਨੌਜਵਾਨਾਂ ਦਾ ਵਿਦੇਸ਼ ਵਿੱਚ ਜਾਣ ਦਾ ਜਿਹੜਾ ਰੁਝਾਨ ਹੈ, ਮੈਂ ਇਹਨੂੰ ਵੀ ਰੋਕਣਾ ਚਾਹੁੰਦਾ। ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਮੇਰੀਆਂ ਇਹ ਤਰਜੀਹਾਂ ਨੇ ਕਿ ਸ਼ਹੀਦਾਂ ਦੀ ਸੋਚ ਕੀ ਸੀ, ਉਹਨਾਂ ਨੂੰ ਘਰ ਘਰ ਪੁੱਜਦਾ ਕੀਤਾ ਜਾਵੇ। ਮੁੱਖ ਮੰਤਰੀ ਮਾਨ ਹੋਰਾਂ ਨੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਸਵਰਗੀ ਅਵੈ ਸੰਧੂ ਦੀ ਘਰਵਾਲੀ ਤੇਜੀ ਸੰਧੂ, ਉਹਨਾਂ ਦੀ ਧੀ ਤੇ ਉਹਨਾਂ ਦੇ ਹੋਰ ਕੁਝ ਇੱਕ ਪਰਿਵਾਰਕ ਜਿਹੜੇ ਮੈਂਬਰ ਸੀ, ਉਹਨਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਖਟਕੜ ਕਲਾਂ ਦੇ ਵਿੱਚ ਸਥਿਤ ਉਹ ਅਜਾਇਬ ਘਰ ਵੀ ਵੇਖਿਆ, ਉਹਦਾ ਦੌਰਾ ਵੀ ਕੀਤਾ ਤੇ ਉੱਥੇ ਜਿਹੜੀ ਇੱਕ ਵਿਜ਼ਟਰ ਬੁੱਕ ਹੁੰਦੀ ਹੈ ਉਹਦੇ ਵਿੱਚ ਕੁਝ ਸਤਰਾਂ ਵੀ ਦਰਜ ਕੀਤੀਆਂ। ਉਹਨੇ ਇਹ ਵੀ ਲਿਖਿਆ ਕਿ ਇਹ ਜਿਹੜੀ ਪਵਿੱਤਰ ਧਰਤੀ ਹੈ ਮੇਰੇ ਦਿਲ ਦੇ ਬੜੀ ਨਜ਼ਦੀਕ ਹੈ। ਉਹਨਾਂ ਦੇ ਨਿੱਜੀ ਵਸਤਾਂ ਵੀ ਦੇਖੀਆਂ, ਪ੍ਰਭਾਵਿਤ ਵੀ ਹੋਏ ਤੇ ਭਾਵਕ ਵੀ ਹੋਏ। ਉਹਨਾਂ ਨੇ ਆਖਿਆ ਕਿ ਸ਼ਹੀਦ ਆਜ਼ਮ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਉਹਨਾਂ ਦਾ ਨੈਤਿਕ ਫਰਜ਼ ਹੈ। ਉਹਨਾਂ ਇਹ ਵੀ ਆਖਿਆ ਕਿ ਛੋਟੀ ਉਮਰ ਦੇ ਵਿੱਚ ਸ਼ਹਾਦਤ ਦੇ ਕੇ ਸ਼ਹੀਦਾਂ ਨੇ ਜੋ ਸੁਪਨਾ ਦੇਖਿਆ ਸੀ, ਅਸੀਂ ਉਹਨਾਂ ਦੇ ਸੁਪਨਿਆਂ ਦਾ ਹੁਣ ਪੰਜਾਬ ਬਣਾਵਾਂਗੇ ਤੇ ਡਟ ਕੇ ਪਹਿਰਾ ਦੇਵਾਂਗੇ। ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ ਕਿ ਇਕੱਲਾ ਇਹ ਨਹੀਂ ਕਿ ਸਰਕਾਰ ਪਹਿਰਾ ਦੇਈ ਜਾਵੇ ਤੇ ਆਪਾਂ ਪਿੱਠ ਦਿਖਾ ਕੇ ਖੜੇ ਰਹੀਏ, ਨਾਲ ਹਿੱਸੇਦਾਰੀ ਪਾਉਣੀ ਪਊ। ਜਿਸ ਤਰ੍ਹਾਂ ਆ ਤੁਸੀਂ ਨਿਜ਼ਾਮ ਬਦਲਣ ਦੇ ਵਾਸਤੇ ਬਹੁਤ ਵੱਡਾ ਫਤਵਾ ਦਿੱਤਾ ਹੈ, ਆਪ ਸਰਕਾਰ ਦੀਆਂ ਜ਼ਿੰਮੇਵਾਰੀਆਂ 'ਚ ਵਾਧਾ ਕੀਤਾ ਹੈ ਤੇ ਹੁਣ ਜਾਗਦੇ ਵੀ ਰਹੋ ਤੇ ਨਾਲ ਆਪਣੇ ਫਰਜ਼ ਵੀ ਨਿਭਾਉਂਦੇ ਰਹੋ। ਪਰ ਅਫਸੋਸ ਹੈ, ਇਹ ਭਗਵੰਤ ਮਾਨ ਹੋਰਾਂ ਦੇ ਬੋਲ ਨੇ, ਕਹਿੰਦੇ ਅਫਸੋਸ ਹੈ ਕਿ ਜਿਨ੍ਹਾਂ ਵਿਦੇਸ਼ੀਆਂ ਤੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਤੇ ਹੋਰ ਸ਼ਹੀਦਾਂ ਨੇ ਆਜ਼ਾਦੀ ਦਿਵਾਈ ਸੀ ਭਾਰਤ ਨੂੰ, ਉਹਨਾਂ ਸ਼ਹੀਦਾਂ ਨੇ ਆਪਣੀ ਜਾਨ ਤੱਕ ਨਿਸ਼ਾਵਰ ਕਰ ਦਿੱਤੀ ਸੀ। ਪਰ ਅੱਜ ਸਾਡੇ ਮੁਲਕ ਦੀ ਨੌਜਵਾਨ ਪੀੜ੍ਹੀ ਆਪਣੇ ਬਿਹਤਰ ਭਵਿੱਖ ਵਾਸਤੇ ਇਸ ਮੁਲਕ ਨੂੰ ਛੱਡ ਕੇ ਉਹਨਾਂ ਮੁਲਕਾਂ ਵਿੱਚ ਜਾਣ ਵਾਸਤੇ ਮਜਬੂਰ ਹੈ। ਹੁਸੈਨੀ ਵਾਲਾ ਜਦੋਂ ਉਹ ਗਏ, ਉੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ 4 ਵਿਧਾਇਕ ਉਹਨਾਂ ਦੇ ਨਾਲ ਸੀ। ਉੱਥੇ ਵੀ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰੂ ਅਤੇ ਸਰਕਾਰੀ ਨੌਕਰੀਆਂ ਦੇਣ ਦੀ ਵਚਨਬੱਧ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਨੂੰ ਅਮਲੀ ਰੂਪ ਦੇਣਾ ਹੈ। ਤੇ ਇਹ ਜਿਹੜੇ ਫੈਸਲੇ ਨੇ, ਅਸੀਂ ਲੋਕ ਹਿੱਤਾਂ ਦੇ ਫੈਸਲੇ ਲਵਾਂਗੇ ਤੇ ਆਉਣ ਵਾਲੇ ਸਮੇਂ 'ਚ ਦੇਖਿਓ ਕਿ ਸ਼ਹੀਦਾਂ ਦਾ ਸੁਪਨਾ ਅਸੀਂ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਕੁਝ ਇੱਕ ਵੱਡੇ ਐਲਾਨ ਨੇ ਔਰ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਕੀਤੇ ਹੈ, ਖਟਕੜ ਕਲਾਂ ਅਤੇ ਹੁਸੈਨੀ ਵਾਲਾ ਦੇ ਵਿੱਚ। ਵੇਖਦੇ ਹਾਂ ਕਿ ਅੱਗੇ ਚੱਲ ਕੇ ਇਹ ਗੱਲਾਂ ਹੀ ਨੇ, ਇਹ ਐਲਾਨ ਰਹਿੰਦੇ ਨੇ ਜਾਂ ਇਹਨਾਂ ਨੂੰ ਅਮਲੀ ਜਾਮਾ ਵੀ, ਕਿਉਂਕਿ ਮੈਂ ਰੋਜ਼ ਕਹਿੰਦਾ ਹਲੇ 14 ਤਰੀਕ ਨੂੰ ਹਲਫ ਲਿਆ ਸੀ, ਅੱਜ ਪੰਜਾਬ 'ਚ 24 ਤਰੀਕ ਹੋਈ ਆ, ਕੁੱਲ ਮਿਲਾ ਕੇ 10 ਦਿਨ ਬਣੇ ਆ। ਹਲੇ ਅੱਗੇ ਦੇਖਣਾ ਹੁੰਦਾ ਕੀ ਹੈ। ਪਰ ਇਹ ਵੀ ਯਾਦ ਹੋਣਾ ਤੁਹਾਨੂੰ, ਮੈਂ ਕਹਿੰਦਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਇਮਤਿਹਾਨ ਰਾਜ ਸਭਾ ਹੋਏਗੀ। ਬਾਬਰੋਲਾ ਵੀ ਉੱਠਿਆ, ਆਮ ਪੰਜਾਬੀਆਂ ਨੇ ਘੱਟ, ਪਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਰੌਲਾ ਵੱਡੇ ਪੱਧਰ ਤੇ ਪਾਇਆ ਕਿ ਪੰਜਾਬ ਦੇ ਵਿੱਚੋਂ ਜਿਹੜੇ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਜਾਣੇ ਸੀ ਉਹ ਪੰਜਾਬ ਦੇ ਨਹੀਂ, ਸਗੋਂ ਬਾਹਰਲੇ ਭੇਜ ਦਿੱਤੇ ਹੈ। ਇਹ ਪਹਿਲੀ ਵਾਰੀ ਨਹੀਂ ਹੋਇਆ। ਆਪਾਂ ਇਸ ਪਿਰਤ ਦੀ ਵੀ ਗੱਲ ਕਰਾਂਗੇ, ਪਰ ਮੈਂ ਇਹਨੂੰ ਜਾਇਜ਼ ਨਹੀਂ ਠਹਿਰਾਉਂਦਾ। ਤੁਸੀਂ ਇਹ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕਰਦੇ, ਜਿਹੜੀ ਪੰਜਾਬ ਦੀ ਦਰਅਸਲ ਪਾਰਟੀ ਹੈ, ਲੋਕ ਜਿਨ੍ਹਾਂ ਨੂੰ ਨਕਾਰਦੇ ਰਹੇ ਉਹ ਉਹਨਾਂ ਨੂੰ ਰਾਜ ਸਭਾ 'ਚ ਭੇਜਦੇ ਰਹੇ। ਸੁਖਦੇਵ ਸਿੰਘ ਢੀਂਡਸਾ ਜੀ, ਬਲਵਿੰਦਰ ਸਿੰਘ ਭੂੰਦੜ ਜੀ, ਲੋਕ ਸਭਾ ਦੀਆਂ ਚੋਣਾਂ 'ਚ ਲੋਕਾਂ ਨੂੰ ਹਰਾਇਆ ਕਿ ਨਾ ਭਾਈ, ਇਹ ਸਾਨੂੰ ਉਮੀਦਵਾਰ ਜਾਂ ਇਹ ਸਾਡੀ ਨੁਮਾਇੰਦਗੀ ਨਾ ਕਰਨ। ਪਰ ਲੋਕ ਹਾਰੇ, ਲੋਕਾਂ ਨੇ ਹਰਾਇਆ, ਅਕਾਲੀਆਂ ਨੇ ਉਹਨਾਂ ਨੂੰ ਫੇਰ ਭੇਜ ਦਿੱਤਾ ਰਾਜ ਸਭਾ 'ਚ। ਹੁਣ ਭਾਜਪਾ ਵੱਲ ਜ਼ਿਕਰ ਕਰਦੇ ਹਾਂ, ਭਾਜਪਾ ਵੱਲ ਨਜ਼ਰ ਮਾਰਦੇ ਹਾਂ। ਸਿਮਰਤੀ ਇਰਾਨੀ, ਉਹ ਵੀ ਚੋਣਾਂ ਹਾਰੇ। ਚੋਣਾਂ ਹਾਰਨ ਤੋਂ ਬਾਅਦ ਉਹਨਾਂ ਨੂੰ ਵੀ ਰਾਜ ਸਭਾ 'ਚ ਭੇਜਿਆ, ਭਾਵ ਜਿਹੜਾ ਉਮੀਦਵਾਰ ਹਾਰ ਜੇ, ਜਿਹਨੂੰ ਲੋਕ ਪਸੰਦ ਨਹੀਂ ਕਰਦੇ,
ਪਾਰਟੀਆਂ ਨੂੰ ਤੋਹਫੇ ਦੇ ਵਜੋਂ ਰਾਜ ਸਭਾ 'ਚ ਬਿਠਾ ਦਿੰਦੀਆਂ ਨੇ। ਹਾਲਾਂਕਿ ਲੋਕ ਸਭਾ ਭੰਗ ਹੋਣ ਦਾ ਵੀ ਡਰ ਰਹਿੰਦਾ ਹੈ, ਪਰ ਇਹ ਤਾਂ ਸਥਾਈ ਸਦਨ ਹੈ, ਪੱਕਾ ਸਦਨ ਹੈ। ਅਕਸਰ ਹੋਣਾ ਕੀ ਚਾਹੀਦਾ ਹੈ, ਰਾਜ ਸਭਾ ਦੇ ਬਾਬਤ ਜੇਕਰ ਪੜ੍ਹੀਏ ਤਾਂ ਇਹ ਕਾਉਂਸਲ ਆਫ ਸਟੇਟ ਹੈ, ਤਾਂ ਕਾਉਂਸਲ ਆਫ ਸਟੇਟਸ ਆਖ ਸਕਦੇ ਹਾਂ। ਭਾਵ ਲੋਕਾਂ ਦੀ ਜਾਂ ਸਟੇਟਾਂ ਦੀ ਪ੍ਰਤੀਨਿਧਤਾ ਕਰਨੀ ਹੈ, ਪੜ੍ਹੇ ਲਿਖੇ ਲੋਕ ਹੋਣੇ ਚਾਹੀਦੇ ਆ ਉੱਥੇ, ਜਿਨ੍ਹਾਂ ਦੀ ਤੇਜ਼ ਪਕੜ ਹੋਵੇ ਕਿਸੇ ਵੀ ਮਸਲੇ ਦੇ ਉੱਤੇ, ਜਿਹੜੇ ਭਾਕਮੀ ਬਹਿਸ ਕਰ ਸਕਦੇ ਹੋਣ, ਜਿਨ੍ਹਾਂ ਨੂੰ ਮੁੱਦਿਆਂ ਦੀ ਸਮਝ ਹੋਵੇ, ਜਿਹੜੇ ਲੋਕ ਸਭਾ ਦੇ ਉੱਤੇ ਚੈੱਕ ਤੇ ਬੈਲੈਂਸ ਬਣਾ ਕੇ ਰੱਖਣ ਦੀ ਸਮਰੱਥਾ ਰੱਖਦੇ ਹੋਣ। ਪਰ ਉੱਥੇ ਉਹ ਤਾਂ ਭੇਜੇ ਨਹੀਂ ਸੀ ਜਾਂਦੇ, ਜਿਹੜੇ ਹਾਰ ਜਾਂਦੇ ਸੀ ਉਹਨਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਜਾਂਦਾ ਸੀ। ਇਹ ਰੀਤ ਸ਼ੁਰੂ ਕਿਵੇਂ ਹੋਈ? ਬਾਹਰਲੇ ਸੂਬਿਆਂ ਦੇ ਵਿੱਚੋਂ ਸਾਰੀਆਂ ਪਾਰਟੀਆਂ ਨੰਗੀਆਂ ਨੇ ਇਸ ਮਸਲੇ 'ਚ। ਹੁਣ ਤੁਸੀਂ ਇਹ ਦੇਖੋ ਕਿ ਆਪਾਂ ਅਕਾਲੀਆਂ ਦਾ ਜ਼ਿਕਰ ਕੀਤਾ ਕਿ ਲੋਕਾਂ ਨੇ ਜਿਨ੍ਹਾਂ ਨੂੰ ਹਰਾਇਆ ਉਹਨਾਂ ਨੇ ਉੱਥੇ ਭੇਜਿਆ। ਹੁਣ ਉਹ ਬੰਦੇ ਬਹਿਸ ਵੀ ਕਰ ਸਕਦੇ ਹੋਣ, ਉਹਨਾਂ ਨੂੰ ਸਵਾਲ ਵੀ ਉਠਾਉਣੇ ਆਉਂਦੇ ਹੋਣ, ਪਰ ਹੁਣ ਸਵਾਲ ਇਹ ਹੈ, ਆਪਾਂ ਚਾਨਣਾ ਪਾਉਂਦੇ ਹਾਂ ਕਿ ਹੁਣ ਤੱਕ ਹੁੰਦਾ ਕੀ ਰਿਹਾ। ਇਹ ਪਿਰਤ ਭਾਜਪਾ ਤੇ ਕਾਂਗਰਸ ਦੀ ਤੋਰੀ ਹੋਈ ਹੈ। ਕਾਂਗਰਸ ਨੇ ਲੰਬਾ ਸਮਾਂ ਪਹਿਲਾਂ ਹੀ ਇਹ ਪਿਰਤ ਪਾਈ ਸੀ, ਇਹ ਪਹਿਲਾਂ ਲੀਹਾਂ ਪਾਈਆਂ ਸੀ। ਹੁਣ ਜ਼ਿਕਰ ਕਰ ਰਹੇ ਹਾਂ ਕਿ ਲੀਹਾਂ ਪਈਆਂ ਕਿਵੇਂ। ਜਿਹੜਾ ਆਗੂ ਆਪਣੇ ਸੂਬੇ ਵਿੱਚ ਕੋਈ ਲੋਕ ਸਭਾ ਸੀਟ ਹਾਰ ਜਾਂਦਾ, ਉਹਨੂੰ ਕਿਸੇ ਹੋਰ ਸੂਬੇ ਦੇ ਰਾਹੀਂ ਰਾਜ ਸਭਾ 'ਚ ਭੇਜ ਦਿੰਦੇ ਸੀ। ਉਸ ਸੂਬੇ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ, ਜਾਂ ਇਹ ਆਖ ਸਕਦੇ ਹਾਂ ਕਿ ਉਹਦੇ ਹੱਕਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਣਾ ਸ਼ੁਰੂ ਕਰ ਦਿੱਤਾ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਭਾਵੇਂ ਵੱਡੀ ਸ਼ਖਸੀਅਤ ਨੇ, ਪਰ ਕਾਂਗਰਸ ਨੇ ਉਹਨਾਂ ਨੂੰ 5 ਵਾਰ ਅਸਾਮ ਦੇ ਵਿੱਚੋਂ ਰਾਜ ਸਭਾ 'ਚ ਭੇਜਿਆ, 6ਵੀਂ ਵਾਰ ਉਹਨਾਂ ਨੂੰ ਰਾਜਸਥਾਨ ਦੇ ਵਿੱਚੋਂ ਰਾਜ ਸਭਾ 'ਚ ਭੇਜਿਆ, ਪਰ ਹੈ ਤਾਂ ਉਹ ਪੰਜਾਬ ਦੇ ਹੈ। ਹੁਣ ਉਹ ਰਾਜਸਥਾਨ ਦੇ ਜਾਂ ਆਪਾਂ ਆਖੀਏ ਤਾਂ ਅਸਾਮ ਬਾਰੇ ਕਿੰਨੀ ਕੁ ਪਕੜ ਰੱਖਦੇ ਹੋਣਗੇ, ਇਹ ਸਵਾਲ ਉੱਥੇ ਵੀ ਪੈਦਾ ਹੁੰਦਾ ਹੈ। ਪਰ ਉਹ ਪੰਜਾਬੀ ਨੇ, ਸ਼ਾਇਦ ਅਸੀਂ ਇਸ ਕਰਕੇ ਸਵਾਲ ਨਾ ਉਠਾ ਸਕੇ। ਹੁਣ ਇਸੇ ਤਰ੍ਹਾਂ ਕਾਂਗਰਸ ਦੇ ਰਾਜੀਵ ਸ਼ੁਕਲਾ ਯੂਪੀ ਦੇ ਹੈ, ਪਰ ਰਾਜ ਸਭਾ 'ਚੋਂ ਮਹਾਰਾਸ਼ਟਰ ਤੋਂ ਭੇਜੇ ਗਏ। ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਜੰਮੂ ਕਸ਼ਮੀਰ ਦੇ ਹੈ, ਪਰ ਉਹਨਾਂ ਨੂੰ ਮਹਾਰਾਸ਼ਟਰ ਤੋਂ ਰਾਜ ਸਭਾ 'ਚ ਭੇਜਿਆ ਗਿਆ ਸੀ। ਕਾਂਗਰਸ ਨੇ ਇੱਕ ਵਾਰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਵੀ ਗੁਜਰਾਤ ਦੇ ਵਿੱਚੋਂ ਰਾਜ ਸਭਾ 'ਚ ਭੇਜਿਆ ਸੀ, ਜਦੋਂ ਕੋਈ ਪੱਛਮੀ ਬੰਗਾਲ ਨਾਲ ਸੰਬੰਧਿਤ ਸਨ। ਇਸ ਤਰ੍ਹਾਂ ਭਾਜਪਾ ਨੇ ਉੱਘੇ ਵਕੀਲ ਰਾਮ ਜੇਠਮਲਾਨੀ ਨੂੰ, ਉਹ ਮਹਾਰਾਸ਼ਟਰ ਨਾਲ ਸੰਬੰਧਿਤ ਸੀ, ਮਹਾਰਾਸ਼ਟਰ ਵਿੱਚੋਂ ਨਹੀਂ ਸਗੋਂ ਬਿਹਾਰ 'ਚੋਂ, ਕਰਨਾਟਕਾ 'ਚੋਂ ਅਤੇ ਰਾਜਸਥਾਨ ਦੇ ਰਾਹੀਂ ਉਹਨਾਂ ਨੂੰ ਰਾਜ ਸਭਾ ਵਿੱਚ ਕਈ ਵਾਰੀ ਭੇਜਿਆ। ਇਸੇ ਤਰ੍ਹਾਂ ਭਾਜਪਾ ਨੇ LK ਅਡਵਾਨੀ ਨੂੰ ਦਿੱਲੀ ਅਤੇ ਗੁਜਰਾਤ ਦੇ ਵਿੱਚੋਂ ਰਾਜ ਸਭਾ 'ਚ ਭੇਜਿਆ। ਇਸੇ ਤਰ੍ਹਾਂ ਗੁਜਰਾਤ ਦੇ ਰਹਿਣ ਵਾਲੇ ਸਨ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ, ਗੁਜਰਾਤ ਨਾਲ ਸੰਬੰਧਿਤ ਸੀ, ਪਰ ਜੇਤਲੀ ਸਾਹਿਬ ਨੂੰ ਵੀ 4 ਵਿੱਚੋਂ 1 ਵਾਰ ਯੂਪੀ 'ਚੋਂ ਰਾਜ ਸਭਾ ਵਿੱਚ ਭੇਜਿਆ। ਇਸੇ ਤਰ੍ਹਾਂ ਮਰਹੂਮ ਸੁਸ਼ਮਾ ਸਵਰਾਜ ਹਰਿਆਣਾ ਨਾਲ ਸੰਬੰਧਿਤ ਸੀ, ਪਰ ਉਹਨਾਂ ਨੂੰ ਉੱਤਰਾਖੰਡ 'ਚੋਂ ਅਤੇ ਮੱਧ ਪ੍ਰਦੇਸ਼ ਦੇ ਵਿੱਚੋਂ ਰਾਜ ਸਭਾ 'ਚ ਭੇਜਿਆ। ਇਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਉਹ ਪੰਜਾਬ ਨਾਲ ਸੰਬੰਧਿਤ ਸੀ, ਪਰ ਬਿਹਾਰ ਰਾਹੀਂ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਗਿਆ। ਕਾਂਗਰਸ ਦੇ ਵੱਲੋਂ ਅੰਬਿਕਾ ਸੋਨੀ ਨੂੰ 5 ਵਾਰ ਪੰਜਾਬ ਦੇ ਵਿੱਚੋਂ ਰਾਜ ਸਭਾ 'ਚ ਭੇਜਿਆ ਗਿਆ, ਉਹ ਦਿੱਲੀ ਤੋਂ ਵੀ ਰਾਜ ਸਭਾ ਦੇ ਮੈਂਬਰ ਬਣ ਕੇ ਜਾਂਦੇ ਰਹੇ। ਪਰ ਹੁਣ ਆਮ ਆਦਮੀ ਪਾਰਟੀ ਤੋਂ ਸੱਚਮੁੱਚ ਪੰਜਾਬੀਆਂ ਨੂੰ ਅਤੇ ਸਮੁੱਚੇ ਭਾਰਤ ਨੂੰ ਕੁਝ ਨਵੀਆਂ ਉਮੀਦਾਂ ਨੇ। ਇਹਦਾ ਮਤਲਬ ਇਹ ਨਹੀਂ ਕਿ ਜੇ ਪਹਿਲੀਆਂ ਪਾਰਟੀਆਂ ਆਹੀ ਕੁਝ ਕਰਦੀਆਂ ਰਹੀਆਂ ਤਾਂ ਆਮ ਆਦਮੀ ਪਾਰਟੀ ਵੀ ਉਹੀ ਕੁਝ ਕਰੇ। ਪਰ ਸਵਾਲ ਪੈਦਾ ਹੁੰਦਾ ਹੈ ਕਿ ਰਾਜ ਸਭਾ ਵਿੱਚ ਭੇਜਿਆ ਜਾਣ ਵਾਲਾ ਉਮੀਦਵਾਰ ਭਾਵੇਂ ਸੂਬੇ ਦਾ ਨਾਮ ਵੀ ਹੋਵੇ, ਪਰ ਉਹ ਮਜ਼ਬੂਤ ਪਕੜ ਰੱਖਦਾ ਹੋਵੇ, ਉਹਨੂੰ ਉਸ ਸੂਬੇ ਦੇ ਹਿੱਤਾਂ ਦੀ ਜਾਣਕਾਰੀ ਹੋਵੇ। ਉਹ ਲੋਕ ਸਭਾ ਜੇਕਰ ਸੰਵਰਤੀ ਸੂਚੀ ਅਤੇ ਕੇਂਦਰੀ ਸੂਬੇ ਸੂਚੀ ਨੂੰ ਛੱਡ ਕੇ ਕਿਸੇ ਸੂਬੇ ਵਾਲੀ ਸੂਚੀ ਤੇ ਕਾਨੂੰਨ ਬਣਾਉਂਦੀ ਹੈ, ਤਾਂ ਉਹਦੇ ਉੱਤੇ ਉਹਨਾਂ ਨੂੰ ਸਵਾਲ ਕਰ ਸਕਦਾ ਹੋਵੇ, ਪੱਖਵੀਂ ਬਹਿਸ ਕਰ ਸਕਦਾ ਹੋਵੇ। ਹੁਣ ਇਹ ਸਮਾਂ ਦੱਸੇਗਾ ਕਿ ਭਾਵੇਂ ਡਾਇਰੈਕਟ ਵੋਟਿੰਗ ਨਹੀਂ ਹੁੰਦੀ, ਚੁਣੇ ਹੋਏ ਵਿਧਾਇਕ ਵੋਟਾਂ ਪਾਉਂਦੇ ਆ, ਪਰ ਇਸ ਹਮਾਮ 'ਚ ਕੁੱਲ ਮਿਲਾ ਕੇ ਮੈਂ ਕਹਿਣਾ ਚਾਹੁੰਦਾ ਹੈ ਕਿ ਸਾਰੀ ਰੰਗੇ ਹੈ। ਅਗਲੀ ਗੱਲ, ਪੰਜਾਬ ਦੀ ਵਜ਼ਾਰਤ ਬਣ ਚੁੱਕੀ ਹੈ, 10 ਵਜ਼ੀਰ ਸਹੁੰ ਚੁੱਕ ਚੁੱਕੇ ਨੇ ਤੇ ਆਪਣੇ ਅਹੁਦੇ ਸੰਭਾਲ ਚੁੱਕੇ ਨੇ। ਆਮ ਆਦਮੀ ਪਾਰਟੀ ਤੀਸਰੀ ਧਿਰ ਹੈ ਪੰਜਾਬ ਦੇ ਵਿੱਚ ਜਿਹਦੀ ਸਰਕਾਰ ਬਣੀ ਹੈ। ਪੰਜਾਬ ਦੇ ਲੋਕਾਂ ਨੇ ਕਹਾਂ ਜਾਂ ਆਮ ਆਦਮੀ ਪਾਰਟੀ ਨੇ ਆਖਾਂ, ਇੱਕ ਨਵਾਂ ਇਤਿਹਾਸ ਸਿਰਜਿਆ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੇ ਹੱਥ ਵਿੱਚ ਵਾਗਡੋਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ 10 ਵਜ਼ੀਰ ਹਾਲੇ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਤੇ 7 ਹੋਰ ਕੀਤੇ ਜਾ ਸਕਦੇ ਆ। ਖਬਰਾਂ ਨੇ ਕਿ ਹੁਣ ਵਜ਼ਾਰਤ ਦੇ ਵਿੱਚ ਵਾਧੇ ਦੇ ਵਾਸਤੇ ਚਿੰਤਨ ਮੰਥਨ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਬੀਤੇ ਦਿਨੀ ਆਖਿਆ ਸੀ ਅਰਵਿੰਦ ਕੇਜਰੀਵਾਲ ਨੇ ਵੀ ਤੇ ਭਗਵੰਤ ਮਾਨ ਜੀ ਨੇ ਵੀ ਕਿ ਬਹੁਤਾ ਲੰਬਾ ਸਮਾਂ ਨਹੀਂ ਲਾਵਾਂਗੇ ਅਸੀਂ ਕੈਬਨਿਟ ਦੇ ਵਿਸਥਾਰ ਨੂੰ। ਹੁਣ ਕੈਬਨਿਟ 'ਚ ਕੌਣ-ਕੌਣ ਹੋ ਸਕਦਾ ਜਾਂ ਫਿਰ ਹੋਣਾ ਚਾਹੀਦਾ,
कई पंजाब के वड्डे सियासी थंमां नूं सुट्टिया कई नौजवानों ने, नवे चेहरे, नवा उत्साह ते नवा जोश उन्हां 'च भी दिखाई दे रहा है। इसे करके उन्हां दी कारगुजारी देखण तो बाद मंत्री मंडल दे विच उन्हां दी लॉटरी लग सकती है। इहदे नाल ही आम आदमी पार्टी की टिकट तो कई विधायक दूसरी बार चोण लड़ के जिते है। उन्होंने भी हले आस है, उन्होंने नहीं, पंजाब के लोग तो उन्होंने हलकों के वोटर भी महसूस करते हैं कि जिथे नविਆਂ ਨੂੰ सथान देता, पहले दे विचों 10 ਦੇ ਵਿੱਚੋਂ 8 नवे हैं, 2 पुराने ने, मीत हेयर ਅਤੇ हरपाल चीमा जी, तो ਜਿਹੜੇ 7 चुने जाने ने कि ਇਹਦੇ ਵਿੱਚੋਂ भी कुछ नविਆਂ ਦੇ ਨਾਲ ਪੁਰਾਣਿਆਂ ਨੂੰ सथान दिता जाए। अमन अरोड़ा का जिक्र अक्सर है, प्रोफैसर बलजिंदर कौर का जिक्र है, माणूके का जिक्र हो रहा है, तो होर भी हो सकते हैं। पर यह फिर मैं कह दियाँ कि यह जिम्मेवारी चाहे अधिकार खेतर सिर्फ तो सिर्फ मुख मंत्री कोल हुंदा है कि उन्होंने पुराणियां चों किस नूं रखना है जां नविਆਂ नूं, पर पुराणियां नूं अखों परोखे कीता नहीं जाना चाहिए। हुण मान सरकार दे विच 10 वजीर बन चुके हैं। 19 मार्च नूं उन्होंने हल्फ लै लिया सी। जिस तरह मैं जिक्र कर रहा उहदे विच सिर्फ 2 पुराने चेहरे ते 8 नवे हैं। विभागां दी वंड समय भी उन्होंने काम काज नूं, उन्होंने पिछोकड़ नूं देखा गया होना है ते विभागां दी वंड कर दी गई है। पर हुण जिहड़ी ताज़ा जानकारी मिल रही है कि इन्हां तो बाद नवे किहड़े वजीर बनाए जाण, वो चर्चा शुरू है। हाई कमान कई पहलुआं ते विचार वटांदरा कर रही है कि कैबिनेट का विस्तार करिए तो उह लईए किहनूं किहनूं। दसना बनता है कि पंजाब दीआं इन्हां चोणां दे विच 5 वार दे मुख मंत्री रहे प्रकाश सिंह बादल नूं 11,000 तो वध वोटां नाल हराया जथेदार गुरमीत सिंह खुड्डियां ने। लोकां नूं लगदा कि उन्हां नूं वजारत शामिल करना चाहिए। कैप्टन अमरिंदर सिंह नूं तकरीबन 20,000 वोटां दे फर्क नाल हराया है अजीतपाल सिंह कोहली ने। मुख मंत्री चरणजीत सिंह चन्नी नूं भदौड़ तो 37,500 तो वध वोटां दे फर्क नाल हराया लाभ सिंह उगोके ने। चमकौर साहब तो भी चरणजीत चन्नी नूं डॉक्टर चन्नी ने हराया है। इस तरह अमृतसर पूर्वी तो नवजोत सिंह सिद्धू ਅਤੇ विक्रम मजीठिया ਨੂੰ ਹਰਾਉਣ वाली डॉक्टर जीवनजोत कौर। ਇਸੇ तरीके नाल ਉਹ जलालाबाद तो श्रोमणी अकाली दल के प्रधान ते साबका उप मुख मंत्री सुखबीर बादल ਨੂੰ तकरीबन 31,000 वोटां के फर्क नाल हराया गोल्डी कंबोज ने। लोकां नूं है कि इन्हां नूं कैबिनेट दे विच जरूर थां दित्ती जावे, पर इह तां समां दस्सो। पर पंजाब दे लोग महसूस करते हैं कि जिन्हां ने पुराने वड्डे आगूआं दा सफाया कीता है, उन्हां हलकिਆਂ ਦੇ लोगों की आवाज़ है। आम आदमी पार्टी ਨੂੰ ਇਹ आवाज़ सुननी पऊ कि लोग महसूस करते हैं कि उन्हां दे हलके दे विच अगे मुख मंत्री जां उप मुख मंत्री हुंदा सी, पर इस बार घट्टो घट्ट वजीर तां होवे, मंत्री तां होवे। पर नाल इह भी है कि अमन अरोड़ा अते बाकियां नूं अखों परोखे करना ये कोई चंगी गल नहीं। इहदे विच धड़ेबाजी पैदा की जा सकती है, धड़ेबाजी पैदा हो सकती है। इस करके उस सीनियोरिटी का ख्याल रखना बहुत लाजमी है। ते नाल ये भी है कि काबलियत भी है। पर देखना होएगा कि भगवंत मान जी नविਆਂ ਦੇ ਨਾਲ ਨਾਲ पुराने चेहरे ਵਿੱਚੋਂ ਕਿਹਨੂੰ ਲੈਂਦੇ ਨੇ। पर ਜਿਹੜੇ ਕੁਝ ਨਾਮਾਂ ਦਾ मैं जिक्र किया है, इन्हां दे लई इस वक्त चिंतन मंथन शुरू हो गया कि ये चेहरे उन्हां दी वजारत विच शामिल हो सकते हैं। तो एक मंदभागी खबर मिली है, नामी गीतकार अलमस्त देसरपुरी, कई बार उन्हां दे नाल मुलाकात करने का मौका भी मिलिया। इस फानी जहान नूं अलविदा आ गए ने। वो काफ़ी लंबे समय तो बीमार चल रहे थे। बहुत कमाल के गीत लिखे ने। हंसराज हंस की एक टेप आई सी, पत्ता पत्ता ਸਿੰਘਾਂ ਦਾ बैरी। उस एल्बम के विच गीत उन्हों का बहुत मकबूल होया सी, बाजां वाला वाजां मारदा ਸਿੰਘਾਂ नूं दीवान विच खड़ के। हंसराज हंस की आवाज़ विच ये गीत सी, कोई पट के सियालों बूटा खेड़िਆਂ ਨੂੰ ਲਈ ਜਾਂਦਾ है, एक गुजरी रबड़ दा बावा, सानू तेरियां मुहब्बतां ने मारिया ते तैनू किसे होर दियां। बहुत सारे चर्चित गीत उन्होंने रहे है। हंसराज हंस ने भी गाया उन्होंने, साबर कोटी ने, अनुराधा पौडवाल ने, सरदूल सिकंदर ने, ये नाल सुखविंदर पंछी ने, बहुत सारे कलाकारां ने उन्होंने गीत गाए अते चंगा पैसा ते नामना खटिया। तो इन्हां दे गीत सदा वास्ते अमर हो गए है। तो इस रूह के अकाल चलाने के उत्ते परमात्मा के चरणों में अरदास है कि इस महान रूह नूं, इस महान कलम नूं परमात्मा अपने चरणों के विच निवास देवे। तो हुण एक खास खबर है, पेट्रोल डीजल दीयां कीमतां भावें दुनिया भर च वध रहीआं ने, पर पंजाब दे विच भी ते समुचे भारत दे विच भी डीजल दीयां कीमतां, पेट्रोल दीयां कीमतां बनदियां जां वधदियां किवें ने।
ਹੁਣ ਲੋਕ ਡਾਢੇ ਪਰੇशान भी ने। बीते 3 वरियां दे विच आम आदमी की जां आम लोगों की आम परिवारों की आमदन घटी है पर महंगाई वधी है। जेकर वेखीए कई सूबियां दे विच इस वक्त पेट्रोल 100 रुपए नूं विक रहा है तो उहदे विचों तकरीबन 52 रुपए टैक्स के रूप में सरकार के खजाने च जाते हैं। तो इस महंगाई के जमाने में जेकर पेट्रोलीयम पदार्थों दी कीमतां घट कीतियां जाणियां होण तां किवें हो सकदियां ने? सिर्फ तो सिर्फ सरकार नूं अपने टैक्सां दे विच कटौतियां करनियां पैणगीਆਂ। ते हुण नज़र मारदे हां कि किहड़े सूबे च 100 रुपए दे पिछे मैं कीमत ला रहा कि जे 100 रुपए दा पेट्रोल लीटर होवे तां 100 रुपए पिछे सरकारां दे खजाने दे विच टैक्स के रूप में कितना पैसा जांदा है। महाराष्ट्र विच जेकर 100 रुपए का पेट्रोल कोई व्यक्ति पवाउंदा है 100 रुपए का पेट्रोल पवाउंदा है तो उहदे विचों 52 रुपए ते 50 पैसे भाव 52.5 रुपए उथों दीआं सरकारां ते केंद्र की सरकार दे खजाने च जाते हैं। बाकी सूबियां ते भी नज़र मारते हैं। पंजाब च 100 रुपए चों 44 रुपए ते 60 पैसे, हरियाणे च 45 रुपए ते 10 पैसे, राजस्थान च 50 रुपए ते 80 पैसे, गुजरात च 44 रुपए ते 50 पैसे, गोवा च 45 रुपए ते 80 पैसे, करनाटक दे विच 48 रुपए ते 10 पैसे, जम्मू कश्मीर विच 45 रुपए ते 90 पैसे, हिमाचल च 44 रुपए ते 40 पैसे, उत्तराखंड विच 44 रुपए ते 10 पैसे, सिक्किम दे विच 46 रुपए, आसाम दे विच 45 रुपए ते 40 पैसे, अरुणाचल प्रदेश दे विच 42 रुपए ते 90 पैसे, यूपी दे विच 45 रुपए ते 20 पैसे, मध्य प्रदेश विच 50 रुपए ते 60 पैसे, नागालैंड विच 46 रुपए ते 40 पैसे, त्रिपुरा विच 45 रुपए ते 80 पैसे, मणिपुर दे विच 47 रुपए ते 70 पैसे, पश्चिमी बंगाल च 48 रुपए ते 70 पैसे, उड़ीसा दे विच 48 रुपए ते 90 पैसे, छत्तीसगढ़ दे विच 48 रुपए ते 33 पैसे, तेलंगाना दे विच 51 रुपए ते 60 पैसे, आंध्रा प्रदेश दे विच 52 रुपए ते 40 पैसे, तमिलनाडु विच 48 रुपए ते 60 पैसे, मेघालय दे विच 42 रुपए ते 50 पैसे, त्रिपुरा दे विच 45 रुपए ते 80 पैसे, झारखंड च 47 रुपए अते केरला दे विच 50 रुपए ते 20 पैसे 100 रुपए दे विचों टैक्स के रूप में सरकारां दे खजाने च जाते हैं। हुण इस लिहाज नाल तुसीं आप देख लो कि तकरीबन अद्धो अद्धी काम हो रहा है। तो जेकर पेट्रोल जां डीजल की जिहड़ी बेस प्राइस है उहदे ते नज़र मारीए तो लगभग पेट्रोल की 49 रुपए के आस पास है। तो उहदे विचों केंद्र सरकार 27 रुपए 90 पैसे एक्साइज ड्यूटी वसूलती है। इहदे तो बाद राज सरकारां उहदे उत्ते आपो अपने हिसाब नाल वैट अते सैस लगाउंदियां ने। इहदे तो बाद पेट्रोल की जिहड़ी बेस कीमत तो बाद जदों तुसीं लैंदे हो तो तकरीबन 3 गुणा वध जाती है। इस करके कीमतां विच कटौती जेकर आम जनता चाहुंदी है जां राहत दित्ती जावे, जिस तरह इस वक्त लोग परेशान ने, तो फिर टैक्स कटौती इक्को एक हल है। इस वक्त भारत दे विच पेट्रोल की बेस कीमत है जिहड़ी बेस प्राइस है 47 रुपए ते 99 पैसे है, जदों कि डीजल की 49 रुपए ते 34 पैसे है। हुण इन्हां उत्ते लग रहा जिहड़ा प्रति लीटर भाड़ा एक्साइज ड्यूटी कमीशन, ये सारा कुल मिला के आपां देखी तो सही कि किन्ना किन्ना कमीशन भाड़ा जां एक्साइज ड्यूटी दे विच जांदा है। पेट्रोल की जेकर पहला गल करिए तो बेस प्राइस 47 रुपए ते 99 पैसे है, पर तुसीं तकरीबन 100 रुपए प्रति लीटर लै रहे हो। बेस प्राइस पेट्रोल की 47 रुपए 99 पैसे, इहदा किराया भाड़ा 25 पैसे है, एक्साइज ड्यूटी केंद्र सरकार लाउंदी है 27 रुपए ते 90 पैसे, कमीशन लगदा 3 रुपए ते 70 पैसे, वैट लगदा 15 रुपए ते 50 पैसे, जिस करके बेस प्राइस 47 रुपए ते 99 पैसे तो वध के 1 लीटर पेट्रोल की कीमत 95 रुपए ते 41 पैसे बन रही है। इस तरह हुण डीजल ते नज़र मारते हैं। डीजल की जिहड़ी बेस प्राइस है वो 49 रुपए ते 34 पैसे है, उहदे ते 1 लीटर का मैं जिक्र कर रही है। उहदे ते भाड़ा 28 पैसे पै रहा है, एक्साइज ड्यूटी 21 रुपए ते 80 पैसे पै रही है पर लीटर ते, कमीशन पर लीटर ते 2 रुपए ते 57 पैसे, वैट 12 रुपए ते 68 पैसे, 1 लीटर की फिर कीमत सारा कुछ मिला के 86 रुपए ते 67 पैसे बन जाती है। हुण करोना महामारी भी हुण मुक रही है, बहुत संताप भोगिया लोगों ने।
ਆਮ ਵਿਅਕਤੀ ਦੀ, ਆਮ ਪਰਿਵਾਰ ਦੀ ਆਮਦਨ ਘਟੀ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਟੈਕਸ ਲਗਾ ਕੇ ਦੁੱਗਣੀ ਤੋਂ ਵੀ ਜ਼ਿਆਦਾ ਕਮਾਈ ਕੀਤੀ ਹੈ। ਬੀਤੇ 3 ਵਰ੍ਹਿਆਂ ਤੋਂ ਜਿੱਥੇ ਪ੍ਰਤੀ ਵਿਅਕਤੀ ਆਮਦਨ ਪਹਿਲਾਂ 1,26,000 ਹੁੰਦੀ ਸੀ, 1,26,000 ਤੋਂ ਘਟ ਕੇ 99,155 ਰੁਪਏ ਸਾਲਾਨਾ ਤੇ ਆ ਗਈ ਹੈ। ਪਰ ਸਰਕਾਰ ਦੀ ਐਕਸਾਈਜ਼ ਡਿਊਟੀ ਤੋਂ ਕਮਾਈ ਜਿਹੜੀ ਪਹਿਲਾਂ 2,10,000 ਤੇ 282 ਕਰੋੜ ਰੁਪਏ ਹੁੰਦੀ ਸੀ, ਉਹ ਵੱਧ ਗਈ ਹੈ। ਉਹ ਵੱਧ ਕੇ 3,71,908 ਕਰੋੜ ਰੁਪਏ ਤੇ ਪਹੁੰਚ ਗਈ ਹੈ। ਉਧਰ ਵੱਧ ਗਿਆ ਕੰਮ, ਲੋਕਾਂ ਦੀ ਆਮਦਨ ਘਟ ਗਈ। ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਕੇਂਦਰ ਸਰਕਾਰ ਜਿਹੜਾ ਇਹ ਟੈਕਸ ਵਸੂਲਦੀ ਹੈ ਉਹ ਐਕਸਾਈਜ਼ ਡਿਊਟੀ ਦੇ ਜ਼ਰੀਏ ਵਸੂਲਦੀ ਹੈ। ਮਈ 2014 ਦੇ ਵਿੱਚ ਕੇਂਦਰ ਦੇ ਵਿੱਚ ਮੋਦੀ ਸਰਕਾਰ ਆਈ ਤਾਂ ਉਸ ਵਕਤ ਕੇਂਦਰ ਸਰਕਾਰ 1 ਲੀਟਰ ਪੈਟਰੋਲ ਤੇ, ਆਹ ਗੱਲ ਨੋਟ ਕਰਿਓ ਕਿ ਉਸ ਵਕਤ ਕੇਂਦਰ ਸਰਕਾਰ 1 ਲੀਟਰ ਪੈਟਰੋਲ ਤੇ 10 ਰੁਪਏ ਤੇ 38 ਪੈਸੇ, ਡੀਜ਼ਲ ਤੇ 4 ਰੁਪਏ ਤੇ 52 ਪੈਸੇ ਟੈਕਸ ਵਸੂਲਿਆ ਕਰਦੀ ਸੀ। ਅਤੇ ਇਹ ਟੈਕਸ ਮੈਂ ਫਿਰ ਦੱਸ ਦਿਆਂ ਕਿ ਐਕਸਾਈਜ਼ ਡਿਊਟੀ ਦੇ ਰੂਪ ਵਿੱਚ ਵਸੂਲਿਆ ਜਾਂਦਾ ਹੈ। ਪਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਇਹਨਾਂ ਕਾਰਜਕਾਲਾਂ ਦੌਰਾਨ 13 ਵਾਰ ਐਕਸਾਈਜ਼ ਡਿਊਟੀ ਵਧਾਈ ਹੈ ਅਤੇ 4 ਵਾਰ ਇਹਨੂੰ ਘੱਟ ਵੀ ਕੀਤਾ ਹੈ। ਇਸ ਵਕਤ 1 ਲੀਟਰ ਪੈਟਰੋਲ ਤੇ 27 ਰੁਪਏ 90 ਪੈਸੇ, ਡੀਜ਼ਲ ਤੇ 21 ਰੁਪਏ 80 ਪੈਸੇ ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਵਸੂਲ ਰਹੀ ਹੈ। ਕੇਂਦਰ ਦੇ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਕੇਂਦਰ ਸਰਕਾਰ ਪੈਟਰੋਲ ਤੇ 3 ਗੁਣਾ ਅਤੇ ਡੀਜ਼ਲ ਤੇ 6 ਗੁਣਾ ਟੈਕਸ ਵਧਾ ਚੁੱਕੀ ਹੈ। ਹੁਣ ਤੁਸੀਂ ਆਪ ਹਿਸਾਬ ਲਾ ਲਿਓ ਕਿ ਜਿਹੜੇ ਤੁਹਾਡੇ ਸੰਸਦ ਨੇ, ਭਾਵ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਚਿੱਠੀਆਂ ਲਿਖੋ ਕਿ ਭਾਈ ਸਾਨੂੰ ਦੱਸਿਓ ਸਾਡੀ ਆਮਦਨ ਘਟੀ ਹੈ, ਸਰਕਾਰ ਦਾ ਟੈਕਸ ਵੱਧ ਗਿਆ। ਜੇ ਇਸ ਵਕਤ ਮਹਿੰਗਾਈ ਦੇ ਵਿੱਚ ਸਾਨੂੰ ਪੀਸਣਾ ਤਾਂ ਗੱਲ ਵੱਖਰੀ ਹੈ, ਪਰ ਜੇ ਸਾਨੂੰ ਰਾਹਤ ਦੇਣੀ ਚਾਹੁੰਦੇ ਹੋ ਤਾਂ ਜਿਹੜੇ ਮੈਂ ਤੁਹਾਨੂੰ ਐਨ ਬਿਊਰਾ ਦਿੱਤਾ ਕਿ ਕਿੰਨਾ ਕਿੰਨਾ ਟੈਕਸ ਕਿਵੇਂ ਕਿਵੇਂ ਵਸੂਲਿਆ ਜਾਂਦਾ ਹੈ, ਇਹਦੇ ਵਿੱਚੋਂ ਸਰਕਾਰਾਂ ਸਿਰਫ ਤੇ ਸਿਰਫ ਟੈਕਸਾਂ ਦੀ ਕਟੌਤੀ ਕਰਕੇ ਤਾਂ ਤੁਹਾਨੂੰ ਰਾਹਤ ਦੇ ਸਕਦੀਆਂ ਨੇ, ਨਹੀਂ ਰਾਹਤ ਵਾਲੀ ਹਾਲ ਦੀ ਘੜੀ ਗੱਲ ਕੋਈ ਜਾਪ ਨਹੀਂ ਰਹੀ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।